ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੀਆਂ ਧੀਆਂ ਭੈਣ ਅਮਰੋ ਜੀ, ਭੈਣ ਅਨੋਖੀ ਜੀ, ਜਿਨ੍ਹਾਂ ਦੇ ਜੀਵਨ ਬਾਰੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ। ਸੋ ਭੈਣ ਅਮਰੋ, ਭੈਣ ਅਨੋਖੀ ਜੀ ਦਾ ਜਨਮ ਖਡੂਰ ਸਾਹਿਬ ਦੀ ਧਰਤੀ ਤੇ ਹੀ ਮਾਤਾ ਖੀਵੀ ਜੀ ਦੇ ਕੁੱਖੋਂ ਹੋਇਆ। ਸੋ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੋ ਪੁੱਤਰ ਸਨ, ਦੋ ਧੀਆਂ। ਸੋ ਅੱਜ ਜਿਹੜਾ ਆਪਣਾ ਧਿਆਨ ਆ ਉਹ ਸਾਰਾ ਭੈਣਾਂ ਦੇ ਜੀਵਨ ਵੱਲ ਹੀ ਰਹੇਗਾ। ਸੋ ਜਦੋਂ ਆਪਾਂ ਭੈਣਾਂ ਦੇ ਜਨਮ ਦੇ ਤਰੀਕਾਂ ਦੀ ਗੱਲ ਕਰਦੇ ਹਾਂ ਤਾਂ ਵੱਖ-ਵੱਖ ਜਦੋਂ ਆਪਾਂ ਦੇਖਦੇ ਹਾਂ ਇਤਿਹਾਸ, ਵੱਖ-ਵੱਖ ਤਰੀਕਾਂ ਆਉਂਦੀਆਂ। ਸੋ ਖੈਰ ਆਪਾਂ ਜੀਵਨ ਤੇ ਹੀ ਸਾਡਾ ਜਿਹੜਾ ਧਿਆਨ ਕੇਂਦਰਿਤ ਰਹੇਗਾ। ਸੋ ਬਚਪਨ ਤੋਂ ਹੀ ਧੰਨ ਧੰਨ ਮਾਤਾ ਖੀਵੀ ਜੀ ਨੇ ਦੋਵਾਂ ਹੀ ਭੈਣਾਂ ਦੀ ਜਿਹੜੀ ਪਰਵਰਿਸ਼ ਆ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਦੀ ਜਿਹੜੀ ਪਰਵਰਿਸ਼ ਕੀਤੀ। ਜਿਵੇਂ ਅੰਮ੍ਰਿਤ ਵੇਲੇ ਉਠਾ ਕੇ ਭੈਣਾਂ ਨੂੰ ਮਾਤਾ ਖੀਵੀ ਜੀ ਨੇ ਨਾਮ ਦੇ ਵਿੱਚ ਬਹਾਉਣਾ, ਨਾਮ ਜਪਾਉਣਾ, ਸੁਰਤੀ ਲਵਾਉਣੀ, ਉਪਰੰਤ ਬਾਣੀ ਦੀ ਵਿਚਾਰ ਕਰਨੀ, ਬਾਣੀ ਗਾ ਕੇ ਪੜ੍ਹਨੀ। ਬਹੁਤ ਸਾਰੇ ਜਿਹੜੇ ਗੁਰਬਾਣੀ ਦੇ ਸ਼ਬਦ ਆ ਉਹ ਛੋਟੀ ਉਮਰ ਦੇ ਵਿੱਚ ਹੀ ਮਾਤਾ ਖੀਵੀ ਜੀ ਨੇ ਦੋਵਾਂ ਹੀ ਭੈਣਾਂ ਨੂੰ ਕੰਠ ਕਰਾਏ। ਜਿਵੇਂ ਹੀ ਭੈਣਾਂ ਦੀ ਜਿਹੜੀ ਉਮਰ ਥੋੜ੍ਹੀ ਜਿਹੀ ਵੱਡੀ ਹੋਈ, ਸੋ ਭੈਣਾਂ ਦੇ ਸਿਰ 'ਤੇ ਮਾਤਾ ਜੀ ਨੇ ਹੋਰ ਜ਼ਿੰਮੇਵਾਰੀ ਪਾਈ, ਜਿਵੇਂ ਘਰ ਦੇ ਸਾਰੇ ਕੰਮਕਾਰ। ਜਿਵੇਂ ਆਪਾਂ ਦੇਖਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਭਾਵੇਂ ਭੈਣ ਆ ਅਤੇ ਭਾਵੇਂ ਭਾਈ ਆ, ਉਹ ਘਰਾਂ ਦੇ ਕੰਮਾਂ ਦੇ ਵਿੱਚ ਲੱਗ ਜਾਂਦੇ ਸਨ। ਸੋ ਘਰ ਦੇ ਹਰੇਕ ਤਰ੍ਹਾਂ ਦੇ ਕੰਮ, ਜਿਵੇਂ ਝਾੜੂ ਪੋਚਾ ਆਮ ਭੈਣਾਂ ਬੱਚੀਆਂ ਕਰਦੀਆਂ, ਜਿਵੇਂ ਡੰਗਰਾਂ ਦੀਆਂ ਧਾਰਾਂ ਆਦਿ ਕੱਢਣੀਆਂ, ਦੁੱਧ ਚੋਣਾ, ਇਹੋ ਜਿਹੇ ਛੋਟੇ ਛੋਟੇ ਕੰਮ ਜਿਹੜੇ ਭੈਣਾਂ ਘਰਾਂ ਦੇ ਵਿੱਚ ਕਰਦੀਆਂ, ਘਰ ਦੇ ਸਾਰੇ ਹੀ ਕੰਮ, ਉਹਨਾਂ ਦੇ ਵਿੱਚ ਵੀ ਮਾਤਾ ਖੀਵੀ ਜੀ ਨੇ ਭੈਣਾਂ ਨੂੰ ਨਿਪੁੰਨ ਕੀਤਾ। ਹਰੇਕ ਪੱਖ ਤੋਂ ਭੈਣਾਂ ਨੂੰ ਜਿਵੇਂ ਨਿਪੁੰਨ ਕੀਤਾ। ਸੋ ਆਪਾਂ ਜਦੋਂ ਦੇਖਦੇ ਹਾਂ ਨਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਬਾਰ ਦੀ, ਜਦੋਂ ਆਪਾਂ ਗੱਲ ਕਰਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਜਿਹਦਾ ਲੰਗਰ ਦਾ ਪ੍ਰਬੰਧ ਆ ਸਾਰਾ ਹੀ ਉਹ ਮਾਤਾ ਖੀਵੀ ਜੀ ਦੇ ਹੱਥ ਦੇ ਵਿੱਚ ਹੀ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਮਹਿਲ ਮਾਤਾ ਖੀਵੀ ਜੀ ਦੇ। ਸੋ ਭੈਣਾਂ ਨੂੰ ਮਾਤਾ ਖੀਵੀ ਜੀ ਨੇ ਲੰਗਰ ਦੀ ਸੇਵਾ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਯੋਗਦਾਨ ਪਵਾਇਆ। ਉਹਨਾਂ ਕੋਲ ਸੇਵਾ ਲਈ ਬਹੁਤ ਸੰਗਤ ਗੁਰੂ ਪਾਤਸ਼ਾਹ ਨੂੰ ਮਿਲਣ, ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਲੈਣ ਆਉਂਦੀ ਸੀ ਖਡੂਰ ਸਾਹਿਬ ਦੇ ਵਿੱਚ। ਸੋ ਲੰਗਰ ਦੀ ਸੇਵਾ ਦੇ ਵਿੱਚ ਵੀ ਭੈਣਾਂ ਨੇ ਬਹੁਤ ਹੱਥ ਵੰਡਾਇਆ ਮਾਤਾ ਖੀਵੀ ਜੀ ਦਾ। ਇੱਥੋਂ ਤੱਕ ਕਿ ਕਦੇ ਮਾਤਾ ਖੀਵੀ ਜੀ ਲੰਗਰ ਦੇ ਵਿੱਚ ਨਾ ਵੀ ਆਉਣ ਤਾਂ ਵੀ ਜਿਹੜਾ ਪ੍ਰਬੰਧ ਵਾ ਉਹ ਭੈਣ ਅਮਰੋ ਜੀ ਤੇ ਭੈਣ ਅਨੋਖੀ ਜੀ ਚਲਾ ਲੈਂਦੇ ਸਨ। ਸੋ ਬਹੁਤ ਨਿਪੁੰਨ ਸਨ ਸੇਵਾ ਦੇ ਵਿੱਚ ਵੀ। ਸੋ ਜਦੋਂ ਆਪਾਂ ਸੇਵਾ ਦਾ ਦੂਜਾ ਪੱਖ ਵੀ ਵੇਖਦੇ ਹਾਂ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਖਡੂਰ ਸਾਹਿਬ ਦੀ ਧਰਤੀ 'ਤੇ ਹੀ ਜਿਹੜਾ ਵਾ ਗੁਰਮੁਖੀ ਭਾਸ਼ਾ, ਊੜਾ ਐੜਾ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਚਾਰ ਕੀਤਾ। ਸੋ ਉੱਥੇ ਵੀ ਭੈਣਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਨਿਪੁੰਨ ਕੀਤਾ, ਪੜ੍ਹਾਇਆ। ਬਾਅਦ ਦੇ ਵਿੱਚ ਭੈਣਾਂ ਤੋਂ ਸੇਵਾ ਵੀ ਗੁਰੂ ਪਾਤਸ਼ਾਹ ਜੀ ਨੇ ਲਈ। ਜਿਹੜੀ ਇਲਾਕੇ ਦੀ ਸੰਗਤ ਦੂਰੋਂ ਦੂਰੋਂ ਤੋਂ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆਉਂਦੀ ਆ, ਉਹਨਾਂ ਨੂੰ, ਉਹਨਾਂ ਦੇ ਨਾਲ ਆਏ ਬੱਚਿਆਂ ਨੂੰ ਜਿਵੇਂ ਪੰਜਾਬੀ ਮੁਹਾਰਨੀ, ਵਰਨਮਾਲਾ
ਸਾਰਾ ਕੁਝ ਬੱਚਿਆਂ ਨੂੰ ਭੈਣਾਂ ਨੇ ਦ੍ਰਿੜ ਕਰਾਉਣਾ। ਰੋਜ਼ ਹੀ ਕਲਾਸ ਆ ਜਿਹੜੀ ਜਮਾਤ ਹੀ ਉਹ ਖਡੂਰ ਸਾਹਿਬ ਦੇ ਵਿੱਚ ਲੱਗਦੀ ਸੀ। ਇਲਾਕੇ ਦੇ ਬਹੁਤ ਸਾਰੇ ਬੱਚੇ, ਜਵਾਨ, ਕਈ ਬਿਰਧ ਵੀ ਜਿਹੜੇ ਆ ਉਹ ਵੀ ਆਣ ਕੇ ਪੰਜਾਬੀ ਵਰਣਮਾਲਾ ਦੇ ਅੱਖਰ, ਮੁਹਾਰਨੀ ਆਦਿਕ ਭੈਣਾਂ ਤੋਂ ਸਿੱਖਦੇ ਸਨ। ਰੋਜ਼ਾਨਾ ਹੀ ਕਲਾਸ ਲੱਗਦੀ ਸੀ। ਸੋ ਭੈਣ ਅਨੋਖੀ ਜੀ, ਭੈਣ ਅਮਰੋ ਜੀ, ਸੋ ਇਹ ਵੀ ਉਹਨਾਂ ਦੀ ਡਿਊਟੀ ਸੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭੈਣ ਅਮਰੋ ਜੀ, ਭੈਣ ਅਨੋਖੀ ਜੀ ਨੂੰ ਗੁਰਬਾਣੀ ਦੇ ਅਰਥ ਬੋਧ, ਭਾਵ ਅਰਥ ਮਾਤਾ ਜੀ ਨੇ ਵੀ ਇਹ ਦ੍ਰਿੜ ਕਰਾਏ। ਸੋ ਇਹ ਵੀ ਜਿਹੜੀ ਸੇਵਾ ਵਾ ਭੈਣਾਂ ਨਿਭਾਉਂਦੀਆਂ ਰਹੀਆਂ। ਸੋ ਗੁਰੂ ਪਾਤਸ਼ਾਹ ਦੀ ਦਰ ਤੇ ਰਹਿ ਕੇ ਬਹੁਤ ਸੇਵਾ ਕੀਤੀ। ਕੁਝ ਸਮੇਂ ਬਾਅਦ ਭੈਣ ਅਮਰੋ ਜੀ ਨੂੰ ਇੱਕ ਰਿਸ਼ਤਾ ਆਇਆ ਗੁਰੂ ਪਾਤਸ਼ਾਹ ਦੇ ਦਰ ਤੇ। ਬਾਬਾ ਅਮਰਦਾਸ ਜੀ ਦੇ ਭਤੀਜੇ ਭਾਈ ਜਸੂ ਜੀ ਦਾ, ਉਹਨਾਂ ਦੇ ਪਿਤਾ ਦਾ ਨਾਮ ਭਾਈ ਮਾਨਕ ਚੰਦ ਸੀਗਾ। ਸੋ ਭਾਈ ਜਸੂ ਦਾ ਰਿਸ਼ਤਾ ਜਿਹੜਾ ਉਹਨਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਉਹਨਾਂ ਦਾ ਵਿਆਹ ਕੀਤਾ। ਸੋ ਉਹਨਾਂ ਦਾ ਜਿਹੜਾ, ਜਦੋਂ ਆਪਾਂ ਪਿੰਡ ਦੇਖਦੇ ਹਾਂ, ਬਾਸਰ ਕੇ ਗੱਲਾਂ ਨਜ਼ਦੀਕ ਅੰਮ੍ਰਿਤਸਰ ਦੇ ਉਹਨਾਂ ਦਾ ਜਿਹੜਾ ਵਾ ਵਿਆਹ ਹੋਇਆ। ਸੋ ਭੈਣ ਅਮਰੋ ਜੀ ਵਿਆਹ ਕੇ ਪਿੰਡ ਬਾਸਰ ਕੇ ਚਲੇ ਗਏ। ਪਿੱਛੋਂ ਜਿਹੜੀ ਸਾਰੀ ਹੀ ਸੇਵਾ ਉਹ ਭੈਣ ਅਨੋਖੀ ਜੀ ਸੰਭਾਲਦੇ ਰਹੇ। ਪੰਜਾਬੀ ਸਿਖਾਉਣ ਦੀ, ਮੁਹਾਰਨੀ ਦੀ, ਵਰਣਮਾਲਾ ਦੀ ਸਾਰੀ ਹੀ ਸੇਵਾ, ਲੰਗਰ ਦੀ ਸੇਵਾ ਦੇ ਵਿੱਚ ਭੈਣ ਜੀ ਡਟੇ ਰਹੇ ਮਾਤਾ ਜੀ ਦੇ ਨਾਲ। ਸੋ ਭੈਣ ਅਮਰੋ ਜੀ ਵਿਆਹ ਕੇ ਪਿੰਡ ਬਾਸਰ ਕੇ ਗਏ। ਸੋ ਰੋਜ਼ਾਨਾ ਦਾ ਹੀ ਜੋ ਉਹਨਾਂ ਦਾ ਨਿਤਨੇਮ ਸੀ, ਜੋ ਮਾਤਾ ਕੀ ਜੀ ਨੇ ਦ੍ਰਿੜ ਕਰਾਇਆ ਸੀ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਬਾਣੀ ਨੂੰ ਗਾ ਗਾ ਕੇ ਪੜ੍ਹਨਾ, ਸੋ ਉਹਨਾਂ ਨੇ ਉਹ ਆਪਣਾ ਨਿਤਨੇਮ ਜਾਰੀ ਰੱਖਿਆ। ਸੋ ਇੱਕ ਦਿਨ ਆਪਾਂ ਦੇਖਦੇ ਹਾਂ ਇਤਿਹਾਸ ਦੇ ਵਿੱਚ ਕਿ ਭੈਣ ਅਮਰੋ ਜੀ ਅੰਮ੍ਰਿਤ ਵੇਲੇ ਉੱਠੇ, ਉਹਨਾਂ ਨੇ ਸੁਰਤੀ ਲਾਈ, ਨਾਮ ਜਪਿਆ। ਉਪਰੰਤ ਉਹ ਘਰ ਦੇ ਕੰਮ ਕਾਜ, ਜਿਵੇਂ ਦੁੱਧ ਰਿੜਕਣਾ, ਧਾਰਾਂ ਕੱਢਣੀਆਂ, ਦੁੱਧ ਰਿੜਕ ਰਹੇ ਸਨ, ਨਾਲ ਹੀ ਸ਼ਬਦ ਪੜ੍ਹ ਰਹੇ ਸਨ, ਗਾ ਗਾ ਕੇ ਸ਼ਬਦ ਪੜ੍ਹ ਰਹੇ ਸਨ। ਮਾਰੂ ਰਾਗ ਅੰਦਰ ਆਪਾਂ ਸ਼ਬਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸੁਣਦੇ ਹਾਂ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੋ ਗੁਣ ਨਾਹੀ ਅੰਤ ਹਰੇ, ਚਿਤ ਚੇਤ ਸਕੀਨ ਹੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟ ਸਮੂੜੇ ਕਵਨ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟ ਸਦੇਹਾ। ਇਹ ਮਾਰੂ ਰਾਗ ਦਾ ਸ਼ਬਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਭੈਣ ਅਮਰੋ ਜੀ ਬੜੇ ਪਿਆਰ ਦੇ ਨਾਲ ਗਾ ਕੇ ਪੜ੍ਹ ਰਹੇ ਸਨ, ਨਾਲ ਹੀ ਦੁੱਧ ਰਿੜਕ ਰਹੇ ਸਨ। ਸੋ ਇਹ ਸ਼ਬਦ ਬਾਬਾ ਅਮਰਦਾਸ ਜੀ ਨੇ ਸੁਣਿਆ ਕਿ ਭੈਣ ਅਮਰੋ ਜੀ ਗਾ ਰਹੇ ਹਨ। ਸੋ ਬਾਬਾ ਅਮਰਦਾਸ ਜੀ ਦੇ ਮਨ ਨੂੰ ਬਹੁਤ ਸ਼ਾਂਤੀ, ਮਨ ਦੇ ਵਿੱਚ ਠੰਡਕ ਆਈ, ਰੋਮ ਰੋਮ ਦੇ ਵਿੱਚ ਉਹਨਾਂ ਨੇ ਇੱਕ ਝਰਨਾਹਟ ਮਹਿਸੂਸ ਕੀਤੀ ਤੇ ਭੈਣ ਜੀ ਕੋ ਆਏ। ਉਹਨਾਂ ਨੇ ਪੁੱਛਿਆ, ਪੁੱਤ ਤੂੰ ਕੀ ਬੋਲ ਰਹੀ ਸੀ, ਕਿਹੜਾ ਕਲਾਮ ਆ ਜੋ ਤੂੰ ਗਾ ਰਹੀ ਸੀ? ਸੋ ਉਸ ਸਮੇਂ ਦੀ ਜਿਹੜੀ ਪੰਜਾਬੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਗੁਰਮੁਖੀ ਭਾਸ਼ਾ ਦੀ, ਬਾਬਾ ਅਮਰਦਾਸ ਜੀ ਨੂੰ ਸਾਰੇ ਹੀ ਸ਼ਬਦ ਦਾ ਨਿਚੋੜ ਪਤਾ ਲੱਗਾ, ਅਰਥ ਪਤਾ ਲੱਗੇ, ਜਿਵੇਂ ਜਿਵੇਂ ਭੈਣ ਗਾਈ ਗਈ। ਸੋ ਕਹਿਣ ਦਾ ਭਾਵ ਕਿ ਸੌਖਾ ਸੀਗਾ ਸਮਝਣਾ। ਹੁਣ ਜਿਵੇਂ ਜਿਵੇਂ ਅਸੀਂ ਅੱਗੇ ਚੱਲ ਰਹੇ ਹਾਂ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਜਾ ਜਾ ਕੇ, ਸੋ ਪੰਜਾਬੀ ਜਿਹੜੀ ਸਾਡੀ ਗੁਰਮੁਖੀ ਬੋਲੀ ਆ, ਉਹਦੇ ਵਿੱਚ ਵੀ ਬਹੁਤ ਜਿਹੜਾ ਨਿਘਾਰ ਆਇਆ ਕਿ ਅਸੀਂ ਤਾਂ ਹੁਣ ਬਹੁਤ ਦੂਜੇ ਪਾਸੇ ਚਲੇ ਗਏ ਹਾਂ।
ਖੈਰ ਇੱਕ ਬੋਲੀ ਦਾ ਵਿਸ਼ਾ ਜਿਹੜਾ ਇਹ ਵੱਖਰਾ ਵਿਸ਼ਾ। ਕਹਿਣ ਦਾ ਭਾਵ ਕਿ ਬਾਬਾ ਅਮਰਦਾਸ ਜੀ ਨੂੰ ਕੱਲੀ ਕੱਲੀ ਗੱਲ ਸਮਝ ਆਈ। ਉਹਨਾਂ ਨੇ ਭੈਣ ਅਮਰੋ ਜੀ ਤੋਂ ਆਣ ਕੇ ਪੁੱਛਿਆ ਕਿ ਪੁੱਤਰ ਕਿਹਦਾ ਕਲਾਮ ਪੜ੍ਹ ਰਹੀ ਹੈ। ਭੈਣ ਅਮਰੋ ਜੀ ਨੇ ਕਿਉਂ ਉੱਤਰ ਦਿੱਤਾ ਕਿ ਪਿਤਾ ਜੀ ਇਹ ਜਿਹੜੀ ਬਾਣੀ ਹੈ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਹਨ। ਸੋ ਉਹਨਾਂ ਨੇ ਪੁੱਛਿਆ ਕਿ ਪੁੱਤਰ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਰਹਿੰਦੇ ਹਨ। ਸੋ ਭੈਣ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦੋ ਜੋਤ ਖਡੂਰ ਸਾਹਿਬ ਵਿਖੇ ਮੇਰਾ ਦਾ ਜਿਹੜਾ ਮੀਂਹ ਆ ਉਹ ਵਰਖਾ ਰਹੇ ਹਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਚਲੇ ਗਏ ਹਨ। ਸੋ ਬਾਬਾ ਅਮਰਦਾਸ ਜੀ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਮਿਲਣਾ ਚਾਹੁੰਦਾ ਹਾਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ। ਸੋ ਭੈਣ ਜੀ ਨੇ ਉੱਤਰ ਦਿੱਤਾ ਕਿ ਕੋਈ ਗੱਲ ਨਹੀਂ, ਪਿਤਾ ਜੀ ਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਾਂ ਕਦੋਂ ਵੀ ਮਿਲ ਸਕਦੇ ਹਾਂ। ਸੋ ਉਸ ਸਮੇਂ ਬਹੁਤ ਹੋਰ ਸਵਾਲ ਸੀਗੇ, ਬਹੁਤ ਜ਼ਿਆਦਾ ਸਵਾਲ ਜਿਹੜੇ ਆ ਉਹ ਬਾਬਾ ਅਮਰਦਾਸ ਜੀ ਨੇ ਭੈਣ ਅਮਰੋ ਜੀ ਨੂੰ ਕੀਤੇ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਜਿਹੜਾ ਵਾਹਿਗੁਰੂ ਦੀ ਪ੍ਰਾਪਤੀ ਸਾਨੂੰ ਹੋ ਸਕਦੀ ਆ, ਕਿਵੇਂ ਅਸੀਂ ਵਾਹਿਗੁਰੂ ਨੂੰ ਮਿਲ ਸਕਦੇ ਆ। ਬਹੁਤ ਸਾਰੇ ਜਿਹੜੇ ਸਵਾਲ ਆ ਉਹ ਬਾਬਾ ਅਮਰਦਾਸ ਜੀ ਨੇ ਭੈਣ ਜੀ ਨੂੰ ਕੀਤੇ ਤੇ ਹਰੇਕ ਤਰ੍ਹਾਂ ਦਾ ਜਵਾਬ ਭੈਣ ਅਮਰੋ ਜੀ ਨੇ ਬਾਬਾ ਅਮਰਦਾਸ ਜੀ ਨੂੰ ਦਿੱਤਾ, ਸੰਤੁਸ਼ਟ ਕੀਤਾ। ਕਿਉਂਕਿ ਜਦੋਂ ਆਪਾਂ ਜੀਵਨ ਵੇਖਦੇ ਹਾਂ ਬਾਬਾ ਅਮਰਦਾਸ ਜੀ ਦਾ ਪਹਿਲਾ ਜੀਵਨ, ਸੋ ਉਹਨਾਂ ਦਾ ਜਿਹੜਾ ਪਹਿਲਾ ਜੀਵਨ ਆ ਗੁਰੂ ਪਾਤਸ਼ਾਹ ਦੀ ਸ਼ਰਨ ਦੇ ਆਉਣ ਤੋਂ ਪਹਿਲਾਂ ਦਾ, ਉਹ ਜਿਵੇਂ ਤੀਰਥ ਯਾਤਰਾ, ਗੰਗਾ ਤੇ ਜਾਣਾ, ਇਸ਼ਨਾਨ ਆਦਿ ਕਰਨੇ, ਪੁੰਨ ਦਾਨ ਕਰਨੇ, ਸੋ ਇਹ ਉਹਨਾਂ ਦਾ ਜੀਵਨ ਸੀ ਜਿਹਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ ਇਹ ਕਰਮ ਧਰਮ ਜਿਹੜੇ ਇਹਨਾਂ ਦੇ ਵਿੱਚੋਂ ਕੋਈ ਆਤਮਿਕ ਸ਼ਾਂਤੀ, ਮਨ ਦੀ ਸ਼ਾਂਤੀ ਨਹੀਂ ਲੱਭਦੀ। ਇਹ ਤਾਂ ਬਸ ਸਿਰਫ ਫੁੱਕੇ ਕਰਮ ਕਾਂਡ ਆ, ਇਹਨਾਂ ਦੇ ਵਿੱਚੋਂ ਕੁਛ ਵੀ ਨਹੀਂ ਨਿਕਲਦਾ। ਕਰਮ ਧਰਮ ਪਾਖੰਡ ਜੋ ਰੀਸੈ ਤਿਨ ਜਮ ਜਾ ਗਾਤੀ ਲੁੱਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸੋ ਬਾਣੀ ਦੇ ਵਿੱਚ ਵੀ ਗੁਰੂ ਪਾਤਸ਼ਾਹ ਦੀ ਜਦੋਂ ਬਖਸ਼ਿਸ਼ ਲੈਂਦੇ ਹਾਂ, ਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹਨ ਕਿ ਨਿਰਵਾਣ ਕੀਰਤਨ ਗਾਵੋ ਕਰਤੇਗਾ, ਕਿ ਭਗਤੀ ਕਰੋ, ਨਾਮ ਜਪੋ, ਸਿਮਰਨ ਕਰੋ। ਸੋ ਬਹੁਤ ਸਾਰੇ ਸਵਾਲ ਬਾਬਾ ਜੀ ਨੇ ਭੈਣ ਜੀ ਤੋਂ ਕੀਤੇ। ਸੋ ਕਹਿੰਦੇ ਆ ਕਿ ਉਸੇ ਹੀ ਦਿਨ ਉਹਨਾਂ ਨੇ ਕਿਹਾ ਕਿ ਅੱਜ ਹੀ ਆਪਾਂ ਮਿਲਣ ਜਾਣਾ ਹੈ। ਸੋ ਭੈਣ ਅਮਰੋ ਜੀ ਉਸੇ ਹੀ ਦਿਨ ਬਾਬਾ ਅਮਰਦਾਸ ਜੀ ਨੂੰ ਲੈ ਕੇ ਖਡੂਰ ਸਾਹਿਬ ਆ ਪਹੁੰਚੇ। ਸੋ ਭੈਣ ਜੀ ਅੰਦਰ ਚਲੇ ਗਏ, ਗੁਰੂ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਕੇ ਭੈਣ ਅਮਰੋ ਜੀ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲੇ। ਬੜੇ ਪਿਆਰ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਗਲ ਦੇ ਨਾਲ ਲਾਇਆ ਤੇ ਆਖਿਆ ਕਿ ਪੁੱਤਰ, ਜਿਨ੍ਹਾਂ ਨੂੰ ਤੂੰ ਮਿਲਾਉਣ ਵਾਸਤੇ ਲੈ ਕੇ ਆਈ ਆ ਉਹਨਾਂ ਨੂੰ ਤੂੰ ਬਾਹਰ ਹੀ ਛੱਡ ਆਈ ਆ, ਤੂੰ ਉਹਨਾਂ ਨੂੰ ਵੀ ਬੁਲਾ ਲੈ। ਸੋ ਭੈਣ ਅਮਰੋ ਜੀ ਬਾਹਰ ਗਏ। ਗੁਰੂ ਪਾਤਸ਼ਾਹ ਬਾਬਾ ਅਮਰਦਾਸ ਜੀ ਨੂੰ ਆਖਿਆ ਕਿ ਪਿਤਾ ਜੀ ਬੁਲਾ ਰਹੇ ਹਨ, ਗੁਰੂ ਪਾਤਸ਼ਾਹ ਬੁਲਾ ਰਹੇ ਹਨ, ਤੁਸੀਂ ਆ ਜਾਓ। ਕਹਿੰਦੇ ਕਿ ਬਾਬਾ ਅਮਰਦਾਸ ਜੀ ਅੰਦਰ ਆਏ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੁੜਮ ਜਾਣ ਕੇ ਉੱਠ ਕੇ ਉਹਨਾਂ ਦਾ ਸਤਿਕਾਰ ਕਰਨਾ ਚਾਹਿਆ, ਪਰ ਬਾਬਾ ਅਮਰਦਾਸ ਜੀ ਨੇ ਅੱਗੋਂ ਕਿਹਾ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਸਜੇ ਰਹੋ, ਮੈਂ ਇੱਕ ਕੁੜਮ ਦੇ ਨਾਤੇ ਤੁਹਾਨੂੰ ਮਿਲਣ ਨਹੀਂ ਆਇਆ, ਮੈਂ ਇੱਕ ਸਿੱਖ ਬਣਨੇ ਆਇਆ ਵਾਂ, ਇੱਕ ਸਿੱਖ ਦੇ ਨਾਤੇ ਤੁਹਾਨੂੰ ਮਿਲਣ ਆਇਆ ਹਾਂ। ਬਾਬਾ ਅਮਰਦਾਸ ਜੀ ਨੇ ਧੰਨ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਦੇ ਸਿਰ ਤੇ ਮਿਹਰਾਂ ਦਾ ਹੱਥ ਰੱਖਿਆ, ਮਿਹਰਾਂ ਦਾ ਮੀਂਹ ਵਰਸਾਇਆ। ਬਾਬਾ ਅਮਰਦਾਸ ਜੀ ਦੇ ਰੋਮ ਰੋਮ ਦੇ ਵਿੱਚ ਚਰਨਾਹਟ ਛਿਟੀ, ਰੋਮ ਰੋਮ ਦੇ ਵਿੱਚ ਵਾਹਿਗੁਰੂ 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 ਨਾਮ ਚੱਲ ਪਿਆ। ਬਾਬਾ ਅਮਰਦਾਸ ਜੀ ਟਿਕ ਕੇ ਬਹਿ ਗਏ, ਸੁਰਤ ਜੁੜ ਗਈ, ਬੈਠੇ ਰਹੇ। ਕੁਝ ਚਿਰ ਬਾਅਦ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ
ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ। ਸੋ ਗੁਰੂ ਪਾਤਸ਼ਾਹ ਨੂੰ ਮਿਲੇ ਬਹੁਤ ਸਾਰੇ ਸਵਾਲ ਉਹਨਾਂ ਗੁਰੂ ਪਾਤਸ਼ਾਹ ਜੀ ਨੂੰ ਵੀ ਕੀਤੇ ਬਾਬਾ ਅਮਰਦਾਸ ਜੀ ਨੇ। ਸੋ ਕੁਝ ਦਿਨ ਬਾਅਦ ਭੈਣ ਅਮਰੋ ਜੀ ਆਪਣੇ ਸਹੁਰੇ ਪਿੰਡ ਬਾਸਰ ਕੇ ਚਲੇ ਗਏ। ਬਾਬਾ ਅਮਰਦਾਸ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਦੇ ਵਿੱਚ ਹੀ ਟਿਕੇ ਰਹੇ। ਬਹੁਤ ਸਾਰੀ ਸੇਵਾ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕੀਤੀ। ਇੰਨੀ ਸੇਵਾ ਕੀਤੀ, ਇੰਨਾ ਨਾਮ ਜਪਿਆ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਵਾਹਿਗੁਰੂ 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 ਕਰਦੇ ਵਾਹਿਗੁਰੂ ਹੀ ਹੋ ਗਏ। ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਕਰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਰੂਪ ਹੀ ਹੋ ਗਏ। ਸੋ ਬਾਬਾ ਅਮਰਦਾਸ ਜੀ ਤੀਜੇ ਸਤਿਗੁਰੂ, ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਲਾਏ। ਸੋ ਕਹਿਣ ਦਾ ਭਾਵ ਕਿ ਭੈਣ ਅਮਰੋ ਜੀ ਜਿਨ੍ਹਾਂ ਨੂੰ ਬਾਣੀ ਦੇ ਨਾਲ ਇੰਨਾ ਪਿਆਰ, ਇੰਨੀ ਬਾਣੀ ਕੰਠ ਸੀਗੀ ਕਿ ਹਰ ਪਲ ਨਾਮ ਜਪਦੇ ਰਹਿੰਦੇ, ਹਰ ਪਲ ਕੰਮਕਾਰ ਕਰਦਾ ਹਰੇਕ ਕੰਮ ਮਾਤਾ ਖੀਵੀ ਜੀ ਨੇ ਉਹਨਾਂ ਨੂੰ ਹਰ ਪੱਖੋਂ ਸੰਪੂਰਨ ਕੀਤਾ। ਕਿਸੇ ਵੀ ਪੱਖੋਂ ਊਣੇ ਨਹੀਂ ਸਨ। ਉਹਨਾਂ ਦਾ ਆਤਮਿਕ ਜੀਵਨ ਵੀ, ਬੋਲ ਚਾਲ ਵੀ ਹਰੇਕ ਪੱਖ ਤੋਂ ਸੰਪੂਰਨ ਸਨ ਭੈਣ ਅਮਰੋ ਜੀ। ਸੋ ਕਿੰਨੀ ਬਖਸ਼ਿਸ਼ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਤੋਂ ਲਈ। ਕਹਿੰਦੇ ਕਿ ਪਿੰਡ ਬਾਸਰਗੇ ਦੇ ਵਿੱਚ ਵੀ ਜਦੋਂ ਭੈਣ ਜੀ ਵਿਆਹੇ ਗਏ ਆ, ਉਸ ਪਿੰਡ ਦੇ ਵਿੱਚ ਵੀ ਜਦੋਂ ਭੈਣ ਜੀ ਗਏ, ਉਹਨਾਂ ਨੇ ਜਿਵੇਂ ਘਰ ਦਾ ਵੀ ਸਾਰਾ ਕੰਮਕਾਰ ਸੰਭਾਲਿਆ, ਆਪਣੀ ਵੀ ਭਗਤੀ ਕੀਤੀ। ਉੱਥੇ ਸਕੂਲ ਵੀ ਖੋਲ੍ਹਿਆ, ਅੱਜ ਆਪਾਂ ਸਕੂਲ ਕਹਿ ਦਿੰਦੇ ਹਾਂ, ਇੱਕ ਵਿਦਿਆਲਾ ਖੋਲ੍ਹਿਆ ਜਿਹਦੇ ਵਿੱਚ ਇਲਾਕੇ ਦੇ ਬੱਚੇ ਜਿਹੜੇ ਆ ਉਹ ਭੈਣ ਜੀ ਤੋਂ ਜਿਵੇਂ ਗੁਰਮੁਖੀ ਵਰਣਮਾਲਾ, ਮੁਹਾਰਨੀ ਆਦਿਕ ਭੈਣ ਜੀ ਉੱਥੇ ਸਿਖਾਉਂਦੇ ਸਨ। ਸੋ ਉੱਥੇ ਹੀ ਭੈਣ ਜੀ ਜਿਵੇਂ 2 ਟਾਈਮ ਸਵੇਰੇ ਅੰਮ੍ਰਿਤ ਵੇਲੇ ਨਾਮ ਜਪਾਉਣਾ, ਬਾਣੀ ਨੂੰ ਗਾ ਗਾ ਕੇ ਪੜ੍ਹਨਾ, ਬਾਣੀ ਦੀ ਵਿਚਾਰ ਕਰਨੀ, ਗੁਰੂ ਪਾਤਸ਼ਾਹ ਦੀ ਗੱਲ ਕਰਨੀ। ਸੋ ਇਹ ਪਿੰਡ ਬਾਸਰਕੇ ਦੇ ਵਿੱਚ ਭੈਣ ਅਮਰੋ ਜੀ ਨੇ ਇਹ ਪ੍ਰਚਾਰ ਜਿਹੜਾ ਸ਼ੁਰੂ ਕੀਤਾ। ਸੋ ਆਪਾਂ ਕਹਿ ਸਕਦੇ ਹਾਂ ਕਿ ਭੈਣ ਅਮਰੋ ਜੀ ਗੁਰੂ ਪਾਤਸ਼ਾਹ ਜੀ ਦੇ ਧੀ ਹੋਣ ਦੇ ਨਾਲ ਨਾਲ ਗੁਰੂ ਪਾਤਸ਼ਾਹ ਜੀ ਦੇ ਗੁਰਬਾਣੀ ਦੇ ਇੱਕ ਪ੍ਰਚਾਰਕ ਵੀ ਸਨ। ਤਾਂ ਉਹਨਾਂ ਨੇ ਬਹੁਤ ਉਸ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਸੇਵਾ ਕੀਤੀ। ਲਾਗੇ ਬਹੁਤ ਸਾਰੇ ਪਿੰਡ ਭੈਣ ਜੀ ਦੇ ਜੀਵਨ ਤੋਂ ਪ੍ਰਭਾਵਿਤ ਸਨ। ਸੋ ਸਾਡਾ ਇਤਿਹਾਸ ਜਿਹੜਾ ਆਪਾਂ ਸੁਣਾ ਰਹੇ ਹਾਂ, ਆਪਾਂ ਇਤਿਹਾਸ ਦੀ ਗੱਲ ਕਰ ਰਹੇ ਹਾਂ। ਸੋ ਬਹੁਤ ਸਾਰਾ ਜਿਵੇਂ ਆਪਾਂ ਇਤਿਹਾਸ ਸੁਣਦੇ ਹਾਂ ਹੋਰ ਵੈਰਾਗੀਆਂ ਕੋ, ਟਾਡੀਆਂ ਕੋ, ਸਾਡੇ ਭਾਈਆਂ ਕੋ, ਕਥਾਵਾਚਕਾਂ ਕੋ। ਸੋ ਆਪਣਾ ਜਿਹੜਾ ਹੈਗਾ ਵਾ ਇਤਿਹਾਸ ਸੁਣਾਉਣ ਦਾ ਮੁੱਖ ਕਾਰਨ ਇਹ ਹੈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਸਾਰਾ ਹੀ ਆਪਾਂ ਇਤਿਹਾਸ ਪੜ੍ਹਦੇ ਹਾਂ। ਗੁਰੂ ਪਾਤਸ਼ਾਹ ਦੀ ਬਾਣੀ ਦੀ ਕਸਵੱਟੀ ਤੇ ਉਸ ਨੂੰ ਪਰਖ ਕੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈ ਕੇ ਫਿਰ ਆਪਾਂ ਗਾੜੀ ਸੰਗਤਾਂ ਦੀ ਖੁਸ਼ੀ, ਗੁਰੂ ਪਾਤਸ਼ਾਹ ਦੀ ਖੁਸ਼ੀ ਆਪਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਿਹੜਾ ਜੀਵਨ ਆ, ਸਾਡੇ ਰੋਲ ਮਾਡਲ ਕੌਣ ਹੋਣ? ਅੱਜ ਸਾਡੀਆਂ ਧੀਆਂ, ਸਾਡੀਆਂ ਪੰਜਾਬ ਦੀਆਂ ਜਾਈਆਂ, ਸੋ ਉਹਨਾਂ ਦੇ ਰੋਲ ਮਾਡਲ ਕੌਣ? ਅਸੀਂ ਝਾਤੀ ਮਾਰਨੀ ਆ ਤੇ ਸਾਡੇ ਰੋਲ ਮਾਡਲ ਕੌਣ ਚਾਹੀਦੇ ਆ? ਧੰਨ ਭੈਣ ਅਮਰੋ ਜੀ, ਧੰਨ ਭੈਣ ਅਨੋਖੀ ਜੀ, ਮਾਤਾ ਖੀਵੀ ਜੀ, ਉਹ ਸਾਡੇ ਰੋਲ ਮਾਡਲ ਹੋਣੇ ਚਾਹੀਦੇ ਆ। ਸੋ ਕਿਵੇਂ ਉਹਨਾਂ ਨੇ ਜੀਵਨ ਗੁਜ਼ਾਰਿਆ, ਹਰੇਕ ਪੱਖ ਤੋਂ ਸੰਪੂਰਨ। ਅੱਜ ਸਾਡੀਆਂ ਧੀਆਂ ਕੋ, ਸਾਡੀਆਂ ਭੈਣਾਂ ਕੋ, ਸਾਡੀਆਂ ਮਾਵਾਂ ਕੋ ਸਿਰਫ ਇੱਕ ਪੱਖ ਆ, ਦੂਜਾ ਪੱਖ ਗੁੰਮ ਆ। ਸੋ ਹਰੇਕ ਪੱਖ ਤੋਂ ਸੰਪੂਰਨ। ਸੋ ਤਾਂ ਹੀ ਉਹ ਸੰਭਵ ਆ, ਤਾਂ ਹੀ ਉਹ
ਸੰਭਵ ਹੋ ਸਕਦਾ ਵਾ ਜੇ ਅਸੀਂ ਗੁਰੂ ਪਾਤਸ਼ਾਹ ਦੀ ਖੁਸ਼ੀ ਲਈਏ। ਪਾਣੀ ਦੇ ਨਾਲ ਇੰਨਾ ਜੁੜ ਜਾਈਏ ਕਿ ਸਾਨੂੰ ਕਿਸੇ ਵੀ ਮਨੁੱਖ ਦੀ, ਕਿਸੇ ਵੀ ਬੰਦੇ ਦੀ, ਕਿਸੇ ਵੀ ਜਿਵੇਂ ਅੱਜ ਦੇ ਬਦੋ-ਬਦੀ ਬਣੇ ਬਾਬੇ ਸੰਤ, ਇਹਨਾਂ ਦੀ ਲੋੜ ਨਾ ਪਵੇ, ਭਾਈ ਇਹਨਾਂ ਦੀ ਲੋੜ ਨਾ ਪਵੇ। ਅਸੀਂ ਸਿੱਧੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਜੁੜੀਏ, ਬਾਣੀ ਦੀ ਗੱਲ ਕਰੀਏ, ਬਾਣੀ ਨੂੰ ਸਮਝੀਏ, ਵਿਆਕਰਨ ਸਿੱਖੀਏ, ਹਰੇਕ ਪੱਖ ਤੋਂ ਮਜ਼ਬੂਤ ਹੋਈਏ ਤਾਂ ਜੋ ਸਾਨੂੰ ਜਿਹੜਾ ਵਾ ਇਸ ਪੱਖ ਤੋਂ ਸਾਨੂੰ ਕੋਈ ਲੁੱਟ ਨਾ ਸਕੇ, ਅਸੀਂ ਲੁੱਟੇ ਨਾ ਜਾਈਏ। ਸੋ ਪਾਣੀ ਦੀ, ਸੋ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਹਾਂ। ਇਸ ਇਤਿਹਾਸ ਦੀ ਗੱਲ ਕਰਦਿਆਂ ਬੇਨਤੀ ਭੁੱਲਾਂ ਹੋਈਆਂ। ਗੁਰੂ ਪਾਤਸ਼ਾਹ ਦੀ ਸੰਗਤ, ਗੁਰੂ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ਣਹਾਰ ਹਨ, ਬਖਸ਼ ਲੈਣ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।